देखा जाऊ ਅੱਖਾਂ 'ਚ ਉਹਨਾਂ ਦੇ ਹੰਝੂ ਨਜ਼ਰ ਆ ਰਹੇ ਆ। ਜੇ ਕਿਤੇ ਸਾਡਾ ਉਹ ਨਿੱਕੇ ਬੁੱਟੇ ਤੇ ਪੈਰ ਵੀ ਟਿਕ ਜਾਂਦਾ, ਉਹਨੂੰ ਅਸੀਂ ਆਪਣੇ ਦਿਲ ਨੂੰ ਕੰਬਣੀ ਚੜ ਕੇ ਸ਼ਹੀਦਾਂ ਨੇ ਨੀਵੇਂ ਹੋ ਕੇ ਹੱਥ ਦੀ ਬੁਰਕੀ ਛੱਡ ਕੇ ਸੰਭਾਲਦੇ ਸੀ। ਅੱਜ ਉਹਨੂੰ ਆਪਦੇ ਕੱਦ ਤੋਂ ਉੱਚੇ ਹੋਏ ਨੂੰ ਬਾਹਿਆ। ਹੋਣਾ ਕੀ ਹੈ ਜੀ, ਬਸ ਉਸ ਤੋਂ ਬਾਅਦ ਤਾਂ ਫਿਰ ਇੱਕ ਹੀ ਹੱਥ ਹੈ ਸਾਡੇ ਕਿਸਾਨਾਂ ਕੋਲੇ, ਜਾਂ ਦਾ ਰੱਸਾ ਜਾਂ ਮੋਨੋ ਬਸ। ਕੋਈ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ ਸਰਕਾਰਾਂ ਦੇ, ਸਾਡਾ ਦਰਦ ਫਰੋਲੋ ਵੀ ਅਸੀਂ ਕਿੰਨੇ ਦੁਖੀ ਹਾਂ। ਗੁਲਾਬੀ ਸੁੰਡੀ ਤਿਆਰ ਕਰਕੇ ਰੇਹਾਂ ਸਪਰੇਹਾਂ ਰਾਹੀਂ ਤੇ ਕਾਟਨ ਬੀ ਰਾਹੀਂ ਸਾਡੀ ਫਸਲ 'ਚ ਛੱਡੀ ਹੈ। ਵੀ ਸੋਡੀਆਂ ਮਾਰੀਆਂ ਲਿਆਂਦੀਆਂ ਸਪਰੇਹਾਂ ਨੇ, ਸੋਡੇ ਮਾਰੇ ਲਿਆਂਦੇ ਬੀਜ ਨੇ ਕਿਸਾਨ ਨੂੰ ਖੁਦਕਸ਼ੀਆਂ ਦੇ ਰਾਹ ਤੱਕ ਦਿੱਤਾ। ਤੇ ਹੁਣ ਅਸੀਂ ਸੁੰਡੀ ਮਾਰ ਕੇ ਕੀ ਕਰਨਾ? ਹੁਣ ਸਾਨੂੰ ਪੀਣ ਵਾਸਤੇ ਦਵਾਈ ਦੇ ਰਹੇ ਨੇ। ਅੱਛਾ, ਬਲੀ ਦੇ ਬੱਕਰੇ ਅਸੀਂ ਹੈਗੇ ਵੀ ਜਿੱਥੇ ਕਿਤੇ ਜੀ ਕਰਦਾ ਸਾਨੂੰ ਚੜਾ ਦਿਓ ਮੌਤ ਦੇ ਮੂੰਹ 'ਚ। ਜੇ ਅਸੀਂ ਆਤਮ ਹੱਤਿਆ ਲੈਂਦੇ ਹਾਂ, ਸਾਡੇ ਜਵਾਕਾਂ ਨੂੰ ਮੰਨ ਕੇ ਚੱਲੋ, ਜੇ ਅਸੀਂ ਫਾਹਾ ਵੀ ਲੈਂਦੇ ਹਾਂ, ਸਪਰੇਅ ਵੀ ਪੀਂਦੇ ਹਾਂ, ਸਾਡੇ ਜਵਾਕਾਂ ਨੂੰ ਤਾਂ ਨਹੀਂ ਅਗਲਾ ਕੁਝ ਕਹੂਗਾ। ਖੇਤੀ ਕਾਨੂੰਨਾਂ ਦੇ ਵਿੱਚ ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕੇਂਦਰ ਸਰਕਾਰ ਦਾ ਕੀਤਾ ਜਾਂਦਾ ਸੀ, ਉਦੋਂ ਬਾਅਦ ਪੰਜਾਬ ਸਰਕਾਰ ਦਾ ਵੀ ਵਿਰੋਧ ਕੀਤਾ ਗਿਆ। ਪਰ ਕਿਤੇ ਨਾ ਕਿਤੇ ਉਸ ਤੋਂ ਬਾਅਦ ਹੁਣ ਜਿਹੜੇ ਕਿਸਾਨ ਆ ਉੱਥੇ ਵਿਰੋਧ ਕਰਦੇ ਲਗਾਤਾਰ ਸੰਤਾਪ ਹੰਢਾ ਰਹੇ ਸੀ। ਹੁਣ ਉਹਨਾਂ ਨੂੰ ਆਪਦੇ ਖੇਤਾਂ 'ਚ ਸੰਤਾਪ ਹੰਢਾਉਣਾ ਪੈ ਰਿਹਾ ਹੈਗਾ। ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਜਿਹੜੇ ਇਸ ਸਮੇਂ ਇੱਥੇ ਕਿਸਾਨ ਬੈਠੇ ਆ, ਵੱਡੀ ਮਾਤਰਾ ਦੇ ਵਿੱਚ ਪਹੁੰਚੇ ਆ ਕਿਸਾਨ। ਜਿਹੜੀ ਫਸਲ ਆ ਉਹ ਇੱਥੇ ਵਾਹੀ ਜਾ ਰਹੀ ਹੈ, ਨਰਮੇ ਦੀ ਫਸਲ ਕਿਸਾਨਾਂ ਵੱਲੋਂ, ਕਿਉਂਕਿ ਲਗਾਤਾਰ ਜਿਹੜੀ ਆਪਾਂ ਕਹਿ ਸਕਦੇ ਹਾਂ ਹਰ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਪਦੀਆਂ ਫਸਲਾਂ ਹੀ ਵਾਹੁੰਦੇ ਨਜ਼ਰ ਆ ਰਹੇ ਆ। ਪਰ ਕਿਸਾਨਾਂ ਵੱਲੋਂ ਇਹ ਫਸਲਾਂ ਆਪਣੇ ਕਰਜ਼ੇ ਲਾਉਣ ਲਈ, ਆਪਣਾ ਘਰ ਦਾ ਗੁਜ਼ਾਰਾ ਕਰਨ ਲਈ ਅਤੇ ਆਪਣੇ ਬੱਚਿਆਂ ਦਾ ਰੋਟੀ ਟੁੱਕ ਆਉਣ ਵਾਲੇ ਸਮੇਂ 'ਚ ਦੇਣ ਦੇ ਲਈ ਬੀਜੀਆਂ ਗਈਆਂ ਸੀ, ਜਿੱਥੇ ਉਹਨਾਂ ਨੇ ਆਪਦੇ ਘਰ ਦਾ ਗੁਜ਼ਾਰਾ ਚਲਾ ਕੇ ਪਰਿਵਾਰ ਪਾਲਣਾ ਸੀ। ਪਰ ਉਹਨਾਂ ਦੀਆਂ ਮਜਬੂਰੀਆਂ ਹੋ ਚੁੱਕੀਆਂ, ਜਿੱਥੇ 1 ਸਾਲ ਹੋ ਗਿਆ ਲਗਾਤਾਰ ਸਰਕਾਰ ਦੇ ਵਿਰੋਧ 'ਚ ਜਾਂ ਤਾਂ ਉਹ ਸੜਕਾਂ 'ਤੇ ਨਜ਼ਰ ਆਉਂਦੇ ਆ, ਜਾਂ ਉਹ ਦਿੱਲੀ ਬੈਠੇ ਨਜ਼ਰ ਆਉਂਦੇ ਆ, ਅਤੇ ਜਾਂ ਜੇ ਫਸਲਾਂ ਦੀ ਗੱਲ ਕਰੀਏ ਤਾਂ ਉਹ ਆਪਦੇ ਖੇਤ ਵਿੱਚ ਆ ਕੇ ਫਸਲਾਂ ਵਾਹੁੰਦੇ ਨਜ਼ਰ ਆ ਰਹੇ ਆ। ਕਿਸੇ ਵੀ ਕਿਸਾਨ ਨੂੰ ਦੇਖਿਆ ਜਾਊ ਅੱਖਾਂ 'ਚ ਉਹਨਾਂ ਦੇ ਹੰਝੂ ਨਜ਼ਰ ਆ ਰਹੇ ਆ, ਜਾਂ ਹਰ ਆਏ ਦਿਨ ਖਬਰਾਂ ਨਜ਼ਰ ਆ ਰਹੀਆਂ ਕਿ ਅੱਜ ਇਸ ਕਿਸਾਨ ਨੇ ਫਾਹਾ ਲੈ ਲਿਆ, ਇਸ ਕਿਸਾਨ ਨੇ ਮੋਨੋ ਪੀ ਕੇ ਆਪਦਾ ਜਿਹੜੀ ਜ਼ਿੰਦਗੀ ਖਤਮ ਕਰ ਲਈ। ਜਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ, ਜੇ ਉਸ ਤੋਂ ਬਾਅਦ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸਾਨ ਦਿੱਲੀ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਿਆ, ਜਾਂ ਦਿੱਲੀੋਂ ਆਉਂਦਾ ਹੋਇਆ ਸ਼ਹੀਦ ਹੋ ਗਿਆ। ਸਾਡੇ ਨਾਲ ਕਿਸਾਨ ਆਗੂ ਆ, ਅੱਜ ਵੀ ਫਸਲਾਂ ਵਾਹ ਰਹੇ ਆ। ਇਸ ਵਿਸ਼ੇ 'ਤੇ ਉਹਨਾਂ ਨਾਲ ਗੱਲ ਕਰਾਂਗੇ। ਕੀ ਕਹਿਣਾ ਤੁਹਾਡਾ, ਅੱਜ ਵੀ ਜਿਹੜੀਆਂ ਫਸਲਾਂ ਵਾਹੁਣੀਆਂ ਪੈ ਰਹੀਆਂ ਨੇ? ਸਾਡਾ ਇਹ ਕਹਿਣਾ ਹੈ ਕਿ ਪੁੱਤਾਂ ਵਾਂਗੂ ਪਾਲੀ ਫਸਲ। ਜੇ ਕਿਤੇ ਸਾਡਾ ਉਹ ਨਿੱਕੇ ਬੁੱਟੇ ਤੇ ਪੈਰ ਵੀ ਟਿਕ ਜਾਂਦਾ, ਉਹਨੂੰ ਅਸੀਂ ਆਪਣੇ ਦਿਲ ਨੂੰ ਕੰਬਣੀ ਚੜ ਕੇ ਸ਼ਹੀਦਾਂ ਨੇ ਨੀਵੇਂ ਹੋ ਕੇ ਹੱਥ ਦੀ ਬੁਰਕੀ ਛੱਡ ਕੇ ਸੰਭਾਲਦੇ ਸੀ। ਅੱਜ ਉਹਨੂੰ ਆਪਦੇ ਕੱਦ ਤੋਂ ਉੱਚੇ ਹੋਏ ਨੂੰ ਬਾਹਿਆ। ਕਿਉਂ ਬਾਹਿਆ? ਕਿਉਂਕਿ ਸਰਕਾਰ ਨੇ ਜਿਸ ਤਰ੍ਹਾਂ ਇੱਕ ਕਰੋਨਾ ਪੈਦਾ ਕਰਿਆ ਸੀ, ਇਹ ਸਾਡੇ ਪ੍ਰਧਾਨ ਮੰਤਰੀ ਦੀ ਵਾਰਡਿੰਗ ਹੈ ਕਿ ਚੀਨ ਨੇ ਕਰੋਨਾ ਛੱਡਤਾ ਬਣਾ ਕੇ। ਤੇ ਅੱਜ ਸਾਡੀ ਕਿਸਾਨਾਂ ਦੀ ਇਹ ਵਾਰਨਿੰਗ ਹੈ ਕਿ ਅੱਜ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਗੁਲਾਬੀ ਸੁੰਡੀ ਕਿਸਾਨੀ ਨੂੰ ਹਰਾਉਣ ਲਈ, ਉਹ 'ਤੇ ਕਬਜ਼ਾ ਕਰਨ ਲਈ, ਕਾਰਪੋਰੇਟ ਘਰਾਣਿਆਂ ਤੋਂ ਜ਼ਮੀਨਾਂ 'ਤੇ ਕਬਜ਼ਾ ਕਰਾਉਣ ਲਈ ਗੁਲਾਬੀ ਸੁੰਡੀ ਤਿਆਰ ਕਰਕੇ ਰੇਹਾਂ ਸਪਰੇਹਾਂ ਰਾਹੀਂ ਤੇ ਕਾਟਨ ਬੀ ਰਾਹੀਂ ਸਾਡੀ ਫਸਲ 'ਚ ਛੱਡੀ ਹੈ। ਤੇ ਇਹ ਫਸਲ ਦੀ ਤਬਾਹੀ ਦਾ, ਇਹ ਫਸਲ ਦੀ ਖੁਦਕਸ਼ੀ ਦਾ, ਇਹ ਫਸਲ ਦੇ ਕਾਤਲਾਮੇ ਦਾ ਜ਼ਿੰਮੇਵਾਰ ਸਾਡੇ ਦੇਸ਼ ਦੀ ਸਰਕਾਰ ਬੀਜੇਪੀ ਹੈ। ਇਹ ਉਹ ਤੋਂ ਅਸੀਂ ਮੁਆਵਜ਼ਾ ਮੰਗਦੇ ਹਾਂ ਵੀ 60,000 ਪ੍ਰਤੀ ਏਕੜ ਕਿਸਾਨ ਨੂੰ ਤੇ 30,000 ਮਜ਼ਦੂਰ ਨੂੰ ਦਿੱਤਾ ਜਾਵੇ, ਤਾਂ ਕਿ ਉਹ ਆਪਣੀ ਜੀਵਿਕਾ ਚੰਗੀ ਤਰ੍ਹਾਂ ਸਾਲ ਭਰ ਨਿਭਾ ਸਕੇ। ਬਿਲਕੁਲ। ਮਲਕੀਤ, ਕੀ ਕਹੋਗੇ, ਕੀ ਮੰਗਾਂ ਨੇ, ਕੀ ਕਹੋਗੇ ਜਿਹੜਾ ਅੱਜ ਨਰਮੇ ਵੀ ਵਾਹੁਣੇ ਪੈ ਰਹੇ ਆ? ਜੋ ਸਾਡੇ ਨਰਮੇ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ, ਉਸਨੇ ਸਾਰਾ ਨਰਮਾ ਚਵਟ ਕੇ ਰੱਖ ਦਿੱਤਾ। ਤੇ ਜਿੱਥੇ ਅੱਜ ਅਸੀਂ ਨਰਮਾ ਝੋਲੀਆਂ ਬੰਨ੍ਹ ਕੇ ਚੁਗਣਾ ਸੀ, ਉਹ ਨਰਮਾ ਅਸੀਂ ਆਪਦੇ ਹੱਥੀਂ ਆਪਦੇ ਆਪ ਵਾਹ ਰਹੇ ਹਾਂ। ਜਦੋਂ ਅਸੀਂ ਨਰਮਾ ਚੁਗਦੇ ਹੁੰਦੇ, ਜੇ ਖੇਤਾਂ ਦੇ ਵਿੱਚ ਇੱਕ ਵੀ ਛਟੀ ਟੀਂਡਿਆਂ ਦੀ ਟੁੱਟ ਜਾਂਦੀ ਤਾਂ ਅਸੀਂ ਉਹ ਨਰਮਾ ਚੁਗਣ ਵਾਲੇ ਸਾਰੇ ਪਰਿਵਾਰ ਨਾਲ ਲੜਦੇ ਵੀ ਆ ਬਹੁਤ ਵੱਡਾ ਨਰਮੇ ਦਾ ਨੁਕਸਾਨ ਕਰਤਾ, ਜਿੱਥੇ ਅਸੀਂ ਆਪਦੇ ਆਪ ਟਰੈਕਟਰ ਵਾੜ ਕੇ ਅੱਜ ਨਰਮਾ ਵਾਹ ਰਹੇ ਹਾਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸੋਡੀਆਂ ਮਾਰੀਆਂ ਲਿਆਂਦੀਆਂ ਸਪਰੇਹਾਂ ਨੇ, ਸੋਡੇ ਮਾਰੇ ਲਿਆਂਦੇ ਬੀਜ ਨੇ ਕਿਸਾਨ ਨੂੰ ਖੁਦਕਸ਼ੀਆਂ ਦੇ ਰਾਹ ਤੱਕ ਦਿੱਤਾ।
ਤਾਂ ਇਸ ਕਰਕੇ ਮਰੇ ਹੋਏ ਨਰਮੇ ਦਾ ਸੁੰਡੀ ਨਾਲ ਉਹਦਾ 60,000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ, ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿਓ। 30,000 ਰੁਪਿਆ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉੱਥੇ ਬਹੁਤ ਵੱਡਾ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਹੈ, ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ। 30,000 ਰੁਪਿਆ ਮਜ਼ਦੂਰਾਂ ਨੂੰ ਵੀ ਦਿਓ। ਇਹ ਮੰਗ ਹੈ ਸਰਕਾਰ ਤੋਂ। ਜੇ ਸਾਡੀ ਇਹ ਗੱਲ ਨਾ ਸਰਕਾਰ ਨੇ ਸੁਣੀ ਤਾਂ ਆਉਣ ਵਾਲੀ 30 ਤਰੀਕ ਨੂੰ ਅਸੀਂ ਮਾਨਸਾ ਡੀਸੀ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਹਾਂ। ਜੇ ਉੱਥੇ ਵੀ ਨਾ ਸੁਣੀ ਤਾਂ ਅਸੀਂ ਰੇਲ ਗੱਡੀਆਂ ਦਾ ਵੀ ਚੱਕਾ ਜਾਮ ਕਰਾਂਗੇ, ਅਸੀਂ ਸੜਕਾਂ ਵੀ ਜਾਮ ਕਰਾਂਗੇ, ਸਾਡੀ ਮਜਬੂਰੀ ਬਣੂਗੀ। ਇਸ ਕਰਕੇ ਅਸੀਂ ਜਿਹੜਾ ਸਰਕਾਰਾਂ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਪੂਰੀ ਤਰ੍ਹਾਂ ਮੁਆਵਜ਼ਾ ਦਿੱਤਾ ਜਾਵੇ, ਸਾਨੂੰ ਫਾਹੇ ਲੈਣ ਪਾਸੇ ਨਾ ਧੱਕਿਆ ਜਾਵੇ। ਪਹਿਲਾਂ ਹੀ ਕਿਸਾਨਾਂ ਸਿਰ ਬਹੁਤ ਕਰਜ਼ਾ ਹੈ, ਪਹਿਲਾਂ ਹੀ ਕਿਸਾਨ ਬਹੁਤ ਖੁਦਕੁਸ਼ੀਆਂ ਕਰ ਰਹੇ ਆ। ਕਿੰਨੀ ਫਸਲ ਆ ਜਿਹੜੀ ਤੁਹਾਡੀ ਤੁਸੀਂ ਅੱਜ ਬਾਹਰ ਰਹੇ ਹੋ? 16 ਏਕੜ ਫਸਲ ਹੈ ਜੀ, ਜਿਹੜੀ ਬਹੁਤ ਖਰਾਬ ਹੋ ਗਈ, ਟਿੱਡੇ ਸਾਰੇ ਗਲ ਗਏ ਜੀ। 16 ਏਕੜ ਫਸਲ ਬਾਹਰ ਰਹੇ ਹੋ, ਅਗਲਾ ਗੁਜ਼ਾਰਾ ਕਿਵੇਂ ਕਰੋਗੇ ਜਦੋਂ ਸਾਰੀ ਫਸਲ ਹੀ ਵਾਹਤੀ? ਅਲੱਗ ਯਾਰ ਸਰਕਾਰਾਂ ਨੂੰ ਨਹੀਂ ਕਹਿੰਦੇ, ਜੇ ਕੋਈ ਮੁਆਵਜ਼ਾ ਵਗੈਰਾ ਦੇ ਦੇਣਗੇ ਤਾਂ ਚੱਲ ਜੂਗਾ ਜੀ, ਬਸ ਨਹੀਂ ਤਾਂ ਫਿਰ ਤੁਹਾਨੂੰ ਆਪ ਹੀ ਪਤਾ ਜੀ। ਲੱਗਦਾ ਗਾ ਦੇ ਦੇਣਗੇ ਮੁਆਵਜ਼ਾ? ਦੇਖੋ ਜੀ, ਸਾਰੇ ਕਿਸਾਨ ਭਰਾ ਮੁੱਦਾ ਚੁੱਕੀ ਫਿਰਦੇ ਆ, ਮੁਆਵਜ਼ਾ ਲਵਾਂਗੇ, ਪਰ ਆਸ ਹੈ ਨਹੀਂ ਜੀ ਮੁਆਵਜ਼ਾ ਦੇ ਦੂਗੀ ਸਰਕਾਰ। ਫਿਰ ਜੇ ਮੁਆਵਜ਼ਾ ਨਾ ਮਿਲਿਆ ਫਿਰ ਆਪਦਾ ਘਰ ਦਾ ਗੁਜ਼ਾਰਾ ਕਿਵੇਂ ਕਰੋਗੇ? ਘਰ ਦਾ ਗੁਜ਼ਾਰਾ ਤਾਂ ਫਿਰ ਦੇਖੋ ਜੀ ਅਸੀਂ ਚੱਲੀ ਜਾਓ, ਟਾਈਮ ਪਾਸ ਦੇਖੀ ਹੋਰ। ਕਿੰਨਾ ਖਰਚਾ ਕਿੰਨਾ ਹੋ ਗਿਆ ਪਰ ਏਕੜ ਤੇ? ਤੁਸੀਂ 16 ਏਕੜ ਕਰਿਓ, ਪਰ ਏਕੜ ਤੇ ਕਿੰਨਾ ਖਰਚਾ ਹੋ ਗਿਆ ਟੋਟਲ? ਵਿੱਚ ਹੀ ਤੁਹਾਡਾ ਠੇਕਾ ਲੱਗ ਗਿਆ? ਸਾਰਾ ਟੋਟਲ ਲੱਗੇ ਜੀ ਮੇਰੇ ਕੋਲ ਤਕਰੀਬਨ 9 ਕਿੱਲੇ ਆਪਦੇ ਜੀ, 7 ਕਿੱਲੇ ਠੇਕੇ ਤੇ ਲੈਤੇ ਆ, ਤੇ ਸਾਰਾ ਟੋਟਲ ਖਰਚਾ ਹੋ ਗਿਆ ਸਾਰਾ 10-15 ਲੱਖ ਰੁਪਏ ਨੂੰ ਖਰਚਾ ਆ ਗਿਆ ਵਿੱਚ ਠੇਕੇ ਲਾ ਕੇ ਸਾਰਾ। ਤੇ ਫਿਰ 15 ਲੱਖ ਰੁਪਏ ਖਰਚਾ ਆ ਗਿਆ, ਪੂਰਤੀ ਕਿਵੇਂ ਹੋਊਗੀ ਜਦੋਂ ਤੁਸੀਂ ਕਹਿ ਰਹੇ ਹੋ ਜੇ ਮੁਆਵਜ਼ਾ ਵੀ ਨਾ ਮਿਲਿਆ, ਘਰ ਵੀ ਚਲਾਉਣਾ ਹੋਊਗਾ, ਪਹਿਲਾਂ ਵੀ ਕਰਜ਼ੇ ਹੋਣਗੇ ਉਹ ਵੀ ਲਾਉਣੇ ਹੋਣਗੇ, ਕੀ ਹੋਊਗਾ? ਹੋਣਾ ਕੀ ਹੈ ਜੀ, ਬਸ ਉਸ ਤੋਂ ਬਾਅਦ ਤਾਂ ਫਿਰ ਇੱਕ ਹੀ ਹੱਥ ਹੈ ਸਾਡੇ ਕਿਸਾਨਾਂ ਕੋਲੇ, ਜਾਂ ਦਾ ਰੱਸਾ ਤੇ ਜਾਂ ਮੋਨੋ, ਬਸ ਹੋਰ ਤਾਂ ਫਿਰ ਕੋਈ ਚਾਰਾ ਨਹੀਂ ਚੱਲਦਾ ਜੀ। ਫਿਰ ਜੇ ਸਰਕਾਰ ਮੁਆਵਜ਼ਾ ਦੇ ਦੂ ਤਾਂ ਧੰਨਵਾਦ ਉਹਦੇ, ਸਾਰੇ ਕਿਸਾਨਾਂ ਕੋਈ ਨਾ ਕੋਈ ਠੱਲ ਪੈ ਜੂਗੀ। ਸਰਕਾਰਾਂ ਵੱਲੋਂ ਤਾਂ ਕਿਹਾ ਜਾ ਰਿਹਾ ਸੀ ਵੀ ਖੁਦਕੁਸ਼ੀਆਂ ਅਸੀਂ ਰੋਕ ਰਹੇ ਹਾਂ, ਰੋਕੀਆਂ ਜਾਣਗੀਆਂ, ਤੁਸੀਂ ਖੁਦ ਮੂੰਹੋਂ ਕਹੀ ਜਾਂਦੇ ਹੋ ਵੀ ਮੋਨੋ ਪੀਣੀ ਪਊ ਜਾਂ ਫਾਹਾ ਲੈਣਾ ਪਊਗਾ, ਫਿਰ ਉੱਥੇ ਸਰਕਾਰਾਂ ਤੱਕ ਅਪੀਲ ਕੀ ਕਰੋਗੇ, ਕੀ ਕਹਿਣਾ ਚਾਹੋਗੇ? ਸਰਕਾਰਾਂ ਹੀ ਮਜਬੂਰ ਕਰਦੀਆਂ ਜੀ ਫਿਰ ਮੋਨੋ ਦੇ ਰੱਸਾ ਚੁਕਾਉਣ ਨੂੰ ਜੀ। ਜੇ ਸਰਕਾਰਾਂ ਬੀਜ ਅੱਛੇ ਦੇ ਦਿੰਦੀਆਂ, ਸਾਨੂੰ ਕਿਉਂ ਚੱਕਣਾ ਪੈਂਦੀ ਮੋਨੋ, ਕਿਉਂ ਸਾਨੂੰ ਰੱਸਾ ਚੱਕਣਾ ਪੈਂਦਾ ਜੀ? ਜੇ ਵਧੀਆ ਬੀਜ ਦੇ ਦਿੰਦੇ, ਬੀਟੀ ਲਾ ਦਿੰਦੇ, ਸਾਨੂੰ ਇਹ ਨਹੀਂ ਆਪ ਤਾਂ ਆਉਂਦੀ ਨਹੀਂ ਸੀਗੀ ਜੀ ਕਿਸਾਨ ਤੇ, ਤਾਂ ਕਿਉਂ ਨਰਮੇ ਸਾਨੂੰ ਇੰਨੇ ਵੱਡੇ ਪਾਉਣੇ ਪੈਂਦੇ, ਪੁੱਤਾਂ ਤੋਂ ਵੱਡੇ ਪਾਲੇ ਅੱਜ ਕਿਸਾਨ ਦਾ ਨਰਮਾ ਪੈ ਗਿਆ ਬੰਦ ਲਈ, ਪੁੱਤ ਹੀ ਮਰ ਗਿਆ ਕਿਸਾਨ ਦਾ। ਦੀਂਦੀ ਆ ਤੁਹਾਨੂੰ ਸਰਕਾਰਾਂ ਨੂੰ, ਮਤਲਬ ਤੁਹਾਡੀ ਇਹ ਜਿਹੜੀ ਅਰਜ਼ ਤੁਸੀਂ ਕਰਦੇ ਹੋ ਦੀਂਦੀ ਆ ਤੁਹਾਨੂੰ? ਲੱਗਦਾਗਾ ਫਿਰ ਸੁਣ ਲੈਣਗੇ? ਬਸ ਸਾਨੂੰ ਲੱਗਦਾ ਤਾਂ ਹੈ ਨਹੀਂ ਗਾ ਜੀ, ਪਰ ਆਸ ਕਰਦੇ ਆ ਕਿ ਕੀ ਆ ਵੀ ਨਵਾਂ ਮੁੱਖ ਮੰਤਰੀ ਵੀ ਕਿਸਾਨਾਂ ਦੀ ਹਮਾਇਤ ਕਰ ਜੇ ਜਾਂਦਾ 3 ਮਹੀਨੇ ਰਹਿ ਗਏ ਜੀ ਉਹਦੇ। ਲਗਾਤਾਰ ਫਸਲਾਂ ਵਾਹੁਣੀਆਂ ਪੈਂਦੀਆਂ ਨੇ, ਲਗਾਤਾਰ ਕਿਸਾਨ ਸਾਹਮਣੇ ਆ ਰਹੇ ਆ ਜਿਹੜੇ ਹਰ ਰੋਜ਼ ਆਪਣੀਆਂ ਫਸਲਾਂ ਵਾਹ ਰਹੇ ਆ। ਕੀ ਕਹੋਗੇ ਸਰਕਾਰਾਂ ਨੂੰ, ਕੀ ਅਪੀਲ ਕਰੋਗੇ, ਕੀ ਮੰਗਾਂ ਕਰੋਗੇ? ਮੰਗ ਤਾਂ ਸਾਡੀ ਪਹਿਲਾਂ ਤਾਂ ਮੁਆਵਜ਼ੇ ਦੀ ਮੰਗ ਹੈ ਜੀ, ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਘੱਟੋ ਘੱਟ ਮੰਨ ਕੇ ਚੱਲੋ ਵੀ 60,000 ਰੁਪਇਆ ਕਿੱਲੇ ਦਾ ਜ਼ਿਮੀਂਦਾਰ ਨੂੰ ਦਿੱਤਾ ਜਾਵੇ ਤੇ 30,000 ਰੁਪਇਆ ਮਜ਼ਦੂਰ ਨੂੰ। ਸਾਡੇ ਨਾਲ ਮਜ਼ਦੂਰ ਵੀ ਮੰਨ ਕੇ ਚੱਲੋ ਨਾਲ ਹੀ ਮਰਦਾ ਨਾ, ਉਹ ਮਜ਼ਦੂਰੀ ਹੁਣ ਵਿੱਚ ਲੋਕਾਂ ਨੇ ਮੰਨ ਕੇ ਚੱਲੋ ਪੈਸੇ ਦੇਈ ਬੈਠੇ ਆ ਮਜ਼ਦੂਰਾਂ ਨੂੰ, ਨਾ ਤਾਂ ਅਸੀਂ ਉਹਨਾਂ ਤੋਂ ਪੈਸੇ ਮੰਗ ਸਕਦੇ ਹਾਂ ਤੇ ਅਸੀਂ ਮੰਗੀਏ ਕਿਹੜੇ ਮੂੰਹ ਨਾਲ? ਉਹ ਤਾਂ ਕਹਿੰਦੇ ਵੀ ਅਸੀਂ ਨਰਮਾ ਚੁਗਣ ਵਾਸਤੇ ਲਈ, ਸਾਥੋਂ ਨਰਮਾ ਚਗਾ ਲਓ। ਨਰਮਾ ਸਾਡੇ ਹੈ ਨਹੀਂ, ਹੁਣ ਨਰਮਾ ਅਸੀਂ ਚਗਾਈਏ ਕਿੱਥੋਂ? ਨਰਮਾ ਤਾਂ ਅਸੀਂ ਆਪ ਹੀ ਵਿਹਲੇ ਫਿਰਦੇ ਹਾਂ, ਅਸੀਂ ਤਾਂ ਕੋਈ ਕੰਮ ਨਹੀਂ ਕਰਨ ਜੋਗਰੇ, ਨਾ ਹੀ ਕੰਮ ਦਾ ਹੌਸਲਾ ਪੈਂਦਾ ਕਿਸੇ ਬੰਦੇ ਦਾ। ਇਹਦੇ ਵਿੱਚ ਅਸਲ ਜਿਹੜੀਆਂ ਜ਼ਿੰਮੇਵਾਰ ਹੈ ਇਹਦੇ ਨਾਲ ਖੇਤੀਬਾੜੀ ਵਿਭਾਗ ਹੈ ਜਿਹੜਾ, ਉਹ ਵੀ ਜ਼ਿੰਮੇਵਾਰ ਹੈ, ਕਿਉਂ ਸਾਨੂੰ ਪੱਕਾ ਬਿੱਲ ਦਿੱਤਾ ਹੋਇਆ। ਜੇ ਪੱਕਾ ਬਿੱਲ ਦਿੱਤਾ ਹੋਇਆ ਤਾਂ ਉਹਨਾਂ ਤੇ ਵੀ ਕਾਰਵਾਈ ਹੋਵੇ ਕੰਪਨੀਆਂ ਤੇ, ਕੋਈ ਵੀ ਕੰਪਨੀ ਹੈ, ਉਹ USA ਆ ਗਈ, ਰਾਸ਼ੀ ਦੀਆਂ ਜਿੰਨੀਆਂ ਵੀ ਕੰਪਨੀਆਂ ਜਿੰਨੇ ਵੀ ਮੁਹੱਈਆ ਕਰਾਉਂਦੀਆਂ ਨੇ, ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਸਾਨੂੰ ਪੱਕਾ ਬਿੱਲ ਦਿੱਤਾ ਵੀ ਇਹ BT ਹੈ, ਜੇ BT ਹੈ ਤਾਂ ਫਿਰ ਇਹਨੂੰ ਸੁੰਡੀ ਕਿਉਂ ਪੈਂਦੀ ਹੈ? ਫਿਰ ਇਹਨੂੰ ਸੁੰਡੀ ਨਾ ਪਵੇ ਜੇ BT ਹੋਵੇ ਤਾਂ ਇਹ BT ਨਹੀਂ ਹੈਗਾ। ਇਹ ਮੰਨ ਕੇ ਚੱਲੋ ਵੀ ਬਿਲਕੁਲ ਬੀ ਹੈ, ਜਿਹੜਾ ਬੀਆਂ ਦੇ ਵਿੱਚ ਸਾਰਾ ਕੁਝ ਕੀਤਾ ਗਿਆ। ਇੱਕ ਕਿਸਾਨ ਭਰਾਵਾਂ ਨੂੰ ਹੋਰ ਭੁਲੇਖਾ ਦੇ ਰਹੇ ਆ ਖੇਤੀਬਾੜੀ ਵਾਲੇ, ਕਹਿੰਦੇ ਵੀ ਫੁੱਲ ਦੇ ਵਿੱਚੋਂ ਸੁੰਡੀ ਟਿੰਡੇ ਦੇ ਵਿੱਚ ਜਾਂਦੀ ਹੈ। ਮੈਂ ਕਹਿੰਦਾ ਉਹ ਜਿੱਥੇ ਮਰਜ਼ੀ ਮੈਨੂੰ ਬੁਲਾ ਕੇ ਡਿਬੇਟ ਕਰ ਲੈਣ ਵੀ ਇਸ ਤਰ੍ਹਾਂ ਸੁੰਡੀ ਵਿੱਚ ਜਾਂਦੀ ਹੈ। ਹੁਣ ਮੰਨ ਕੇ ਚੱਲੋ 100 ਫੁੱਲ ਆ ਗਏ ਇੱਕ ਬੂਟੇ ਦੇ ਉੱਤੇ, ਤੇ ਫਿਰ ਤਾਂ ਸਾਰੇ ਫੁੱਲਾਂ ਦੇ ਵਿੱਚ ਸੁੰਡੀ ਨੇ ਐਂ ਬੈਠਾ ਹੋਣਾ ਸੀ ਜਿਵੇਂ ਇੱਥੇ ਲੋਕ ਬੈਠੇ ਸੀ। ਉਹ ਉਡੀਕ ਕਰਨੀ ਸੀ ਉਹਨੇ ਵੀ ਕਦੋਂ ਇਹ ਫੁੱਲ ਬਣੇ, ਉਹ ਡਿੱਗੇ ਤੇ ਮੈਂ ਟਿੰਡੇ ਦੇ ਵਿੱਚ ਜਾਵਾਂ। ਸੁੰਡੀ ਤਾਂ ਉਹਦੀ ਜਿਹੜੀ ਫੁੱਲ ਦੇ ਵਿੱਚ ਬੈਠੀ ਹੈ ਫੁੱਲ ਨੂੰ ਖਾਂਦੀ ਹੈ, ਤੇ ਉਦੋਂ ਬਾਅਦ ਉਹ ਮੰਨ ਕੇ ਚੱਲੋ ਟਿੰਡੇ ਦੇ ਵਿੱਚ ਨਹੀਂ ਜਾਂਦੀ। ਤੁਸੀਂ ਜੇ 100 ਫੁੱਲ ਆਉਂਦਾ ਇੱਕ ਬੂਝੇ ਦੇ ਉੱਤੇ
ਤਾਂ ਉਹਦੇ ਵਿੱਚ 25 ਸੁੰਡੀਆਂ ਬਹਿ ਗਈਆਂ ਫੁੱਲਾਂ ਦੇ ਵਿੱਚ। ਉਹ 25 ਫੁੱਲਾਂ ਦੇ ਵਿੱਚ ਦੀ ਮੰਨ ਕੇ ਚੱਲੋ ਵੀ ਵਿੱਚ ਵਗ ਗਈਆਂ, ਤੇ ਫਿਰ 75 ਟਿੰਡੇ ਦਾ ਬਚ ਰਹਿਣ। 75 ਦਾ ਸਾਬਤ ਨਿਕਲਦਾ 100 ਦਾ ਹੀ 100 ਮਾੜਾ ਹੈ, ਸਾਰਾ ਖਾਦਾ ਹੋਇਆ। ਸੁੰਡੀ ਵਿੱਚੋਂ ਬੀਜ ਦੇ ਵਿੱਚੋਂ ਇੱਕ ਲਾਗ ਲੱਗਦੀ ਹੈ ਬੜੇਵੇਂ ਨੂੰ, ਉਹ ਜਿਵੇਂ ਲਾਗ ਲੱਗ ਜਾਂਦੀ ਹੈ ਬੜੇਵਾਂ ਗਲ ਜਾਂਦਾ, ਉਹਦੇ ਵਿੱਚੋਂ ਸੁੰਡੀ ਪੈਦਾ ਹੋ ਜਾਂਦੀ ਹੈ, ਉਹ ਉਹਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਸਰਕਾਰਾਂ ਵੱਲੋਂ ਤਾਂ ਵਾਅਦੇ ਬਹੁਤ ਕੀਤੇ ਜਾਂਦੇ ਆ, ਪਰ ਖੇਤੀਬਾੜੀ ਵਿਭਾਗ ਇੱਥੇ ਕੋਈ ਪਹੁੰਚਿਆ ਸੀ? ਕਿਸੇ ਨੇ ਆ ਕੇ ਤੁਹਾਨੂੰ ਰਾਇਆਂ ਦਿੱਤੀਆਂ ਜਾਂ ਕੋਈ ਰੇਹਾਂ ਸਪਰੇਆਂ ਦਿੱਤੀਆਂ? ਨਹੀਂ, ਸਾਡੇ ਕੋਲੇ ਕੋਈ ਖੇਤੀਬਾੜੀ ਵਿਭਾਗ ਦਾ ਕੋਈ ਵੀ ਬੰਦਾ ਨਹੀਂ ਪਹੁੰਚਿਆ। ਉਹਨਾਂ ਦਾ ਇੰਨਾ ਕੁ ਦਾ ਫਰਜ਼ ਬਣਦਾ ਨਾ, ਉਹ ਸਾਡੇ ਟੈਕਸ ਤੋਂ ਤਨਖਾਹਾਂ ਲੈਂਦੇ ਆ। ਸਾਡੇ ਪਿੰਡ ਦੇ ਸਰਪੰਚ ਨੇ ਹੀ ਰਾਬਤਾ ਕਾਇਮ ਕਰਨ, ਪੰਚਾਇਤ ਨਾਲ ਕਰਨ ਵੀ ਅਸੀਂ ਆਉਨੇ ਆ, ਤੁਹਾਨੂੰ ਸਲਾਹ ਦਿੰਨੇ ਆ, ਜਾਂ ਮੰਨ ਕੇ ਚਲੋ ਵੀ ਉਹ ਸਾਡੇ ਨਾਲ ਇੱਥੇ ਵੀ ਖੜ ਜਾਣ, ਉਹ ਵੀ ਜਾ ਕੇ ਇਸ ਨੂੰ ਜਾ ਕੇ ਸਰਕਾਰਾਂ ਨੂੰ ਕਹਿਣ ਜੀ ਅਸੀਂ ਸਰਵਾ ਕਰਕੇ ਆਏ ਆ ਪਿੰਡਾਂ ਦੇ ਵਿੱਚ ਵੀ ਜਿਹੜਾ ਨਰਮਾ ਉਹ ਬਿਲਕੁਲ ਖਤਮ ਹੋ ਚੁੱਕਿਆ। ਉਹ ਇੱਥੇ ਵੀ ਨਹੀਂ ਆ ਰਹੇ, ਹੁਣ ਵੀ ਨਹੀਂ ਆ ਰਹੇ। ਫਿਰ ਸਾਡੇ ਨਾਲ ਹੋਰ ਮਜ਼ਾਕ ਕੀਤਾ ਜਾ ਰਿਹਾ, ਕਹਿੰਦੇ ਤੁਹਾਨੂੰ ਹੁਣ ਸਪਰੇਆਂ ਦੇ ਰਹੇ ਆ। ਹੁਣ ਅਸੀਂ ਸਪਰੇਅ ਕੀ ਕਰਨੀ ਹੈ? ਨਰਮਾ ਤਾਂ ਸਾਡਾ ਖਤਮ ਹੋ ਗਿਆ। ਇਦੋਂ ਪਹਿਲਾਂ 4-4 ਸਪਰੇਆਂ ਅਸੀਂ ਸੁੰਡੀ ਵਾਲੀਆਂ ਕਰਤੀਆਂ, ਜਦੋਂ ਉਹਨਾਂ ਨੇ ਸੁੰਡੀ ਨਹੀਂ ਮਾਰੀ, ਤੇ ਹੁਣ ਅਸੀਂ ਸੁੰਡੀ ਮਾਰ ਕੇ ਕੀ ਕਰਨਾ? ਹੁਣ ਸਾਨੂੰ ਪੀਣ ਵਾਸਤੇ ਦਵਾਈ ਦੇ ਰਹੇ ਨੇ। ਇਹਦਾ ਮਤਲਬ ਤਾਂ ਸਾਡੇ ਨਾਲ ਇੱਕ ਮਜ਼ਾਕ ਹੀ ਹੋ ਰਿਹਾ ਨਾ। ਕੀ ਕਹੋਗੇ? ਹਰ ਰੋਜ਼ ਜਿਹੜੇ ਇਹ ਸਾਹਮਣੇ ਆ ਰਹੇ ਆ, ਜਿਹੜੇ ਕਿਸਾਨ ਆਪਦੀਆਂ ਫਸਲਾਂ ਵਾਹੀ ਜਾ ਰਹੇ ਆ, ਤੁਸੀਂ ਵੀ ਅੱਜ ਖੇਤ 'ਚ ਖੜੇ ਹੋ, ਇੱਥੇ ਫਸਲਾਂ ਵਾਹ ਰਹੇ ਹੋ, ਤੁਹਾਨੂੰ ਕੀ ਲੱਗਦਾ ਸਰਕਾਰਾਂ ਵੱਲੋਂ ਕੀ ਕੀਤਾ ਜਾ ਰਿਹਾ? ਸੋਨੂੰ ਜੀ, ਅਸੀਂ ਇਹ ਸਵਾਲ ਦਾ ਜਵਾਬ ਅਸੀਂ ਬਾਅਦ ਦੇ ਵਿੱਚ ਦਿੰਨੇ ਆ। ਪਹਿਲਾਂ ਇੱਕ ਤੁਹਾਨੂੰ ਅਸੀਂ ਗੱਲ ਦੱਸਦੇ ਆ, ਸੋਨੂੰ ਵੀ ਪਤਾ ਹੋਵੇ ਇਹ ਏਰੀਏ ਦੇ ਵਿੱਚ ਅੱਜ 8 ਦਿਨ ਹੋ ਗਏ ਲਗਾਤਾਰ ਮੀਂਹ ਪੈ ਰਹੇ ਨੂੰ। ਸੁੰਡੀ ਨੇ ਤਾਂ ਸਾਨੂੰ ਮਾਰਨਾ ਹੀ ਮਾਰਨਾ ਸੀਗਾ, ਮੋਦੀ ਨੇ ਵੀ ਸਾਨੂੰ ਮਾਰਿਆ। ਤੀਜਾ ਜੀ, ਸਾਡੇ ਤੇ ਰੱਬ ਵੀ ਬੇਈਮਾਨ ਹੋ ਗਿਆ, ਰੱਬ ਵੀ ਸਾਡਾ ਦੁਸ਼ਮਣ ਬਣਿਆ ਬੈਠਾ ਜੀ। 8 ਦਿਨ ਹੋ ਗਏ ਲਗਾਤਾਰ ਮੀਂਹ। ਅੱਜ ਇੱਥੇ ਖੜੇ ਆਂਗੇ, ਦੇਖੋ ਪਿੱਲ ਪਿੱਲ ਕਰੀ ਜਾਂਦੀ ਹੈ ਧਰਤੀ। ਇਹ ਮੰਨ ਲਓ ਨਰਮਾ ਜਮਾ ਖਤਮ ਹੋ ਗਿਆ ਨਾ ਜੀ। ਜਦੋਂ ਇੱਕ ਚੀਜ਼ ਮੰਨ ਲਓ ਸਾਰੀਆਂ ਚੀਜ਼ਾਂ ਰਲ ਕੇ ਇੱਕ ਚੀਜ਼ ਨਾਲ ਤਾਂ ਨਰਮਾ ਮਰਨਾ ਹੀ ਮਰਨਾ ਸੀ, 3 ਰਲ ਗਈਆਂ। ਮੋਦੀ ਰਲ ਗਿਆ ਜੀ, ਸੁੰਡੀ ਆ ਗਈ, ਤੇ ਤੀਜਾ ਜੀ ਆਹ ਮੀਂਹ। ਜਦੋਂ ਰੱਬ ਬੇਈਮਾਨ ਹੋ ਗਿਆ, ਤਿੰਨੇ ਜੀ ਮੰਨ ਲਓ ਮਰਨ ਤੇ ਹੋ ਗਈਆਂ ਨਾ ਜੀ। ਤੇ ਜਦੋਂ ਫਿਰ ਇਹਨੂੰ ਤਿੰਨੇ ਚੀਜ਼ਾਂ ਇੱਕ ਚੀਜ਼ ਦੇ ਮਗਰ ਪੈ ਜਾਣੀਆਂ ਤਾਂ ਖਤਮ ਹੋਣੀਆਂ ਜੀ। ਤੇ ਕੋਈ ਕਿਸੇ ਦੀ ਇੱਥੇ ਸਾਰ ਨਹੀਂ ਲੈਂਦਾ ਜੀ, ਸਾਰੇ ਆਪੋ ਆਪ ਦੀਆਂ ਕੋਈ ਗੱਲਾਂ ਸੁਣਾ ਕੇ ਮੁੜ ਜਾਂਦੇ ਨੇ। ਪਹਿਲੀ ਗੱਲ, ਸਾਨੂੰ ਤਾਂ ਇੱਕ ਗੱਲ ਦਾ ਬਾਹਲਾ ਵੱਡਾ ਦੁੱਖ ਹੈ ਜੀ, ਖੇਤੀਬਾੜੀ ਮਹਿਕਮਾ ਤੇ ਸਰਕਾਰ। ਉਹਨਾਂ ਨੇ ਸਾਨੂੰ ਇੱਕ ਬੰਦੇ ਨੇ ਇੱਥੇ ਆ ਕੇ ਪੁੱਛਣਾ ਤਾਂ ਸੀਗਾ ਵੀ ਤੁਹਾਡਾ ਕੀ ਹਾਲ ਹੈ, ਕਿਵੇਂ ਹੋ। ਸਾਡਾ ਦਿਲ ਵੀ ਖੜਦਾ ਵੀ ਚੱਲ ਗੌਰਮੈਂਟ ਹੈਗੀ ਆ ਨਾਲ, ਯਾਰ ਕੋਈ ਗੱਲ ਨਹੀਂ, ਕੋਈ ਸਹੂਲਤ ਆਪਾਂ ਨੂੰ ਮਿਲ ਜੂਗੀ, ਕੋਈ ਸਬਸਿਡੀ ਵਗੈਰਾ ਮਿਲ ਜੂਗੀ। ਆਪਾਂ ਨੂੰ ਆਸ ਹੁੰਦੀ ਹੈ ਨਾ ਜੀ, ਇੱਕ ਆਸ ਦੀ ਦੁਨੀਆ ਕਾਇਮ ਆ ਗਈ। ਜੇ ਕੋਈ ਫੌਜ ਦੇ ਵਿੱਚ ਹੈ, ਬਲੈਕ ਟੌਪ ਤੇ ਖੜਨਾ ਹੈ ਜਾਂ ਟਾਈਗਰ ਹਿੱਲ ਤੇ ਖੜਨਾ, ਚਲੋ ਸਾਡੇ ਮੁੰਡਿਆਂ ਨੂੰ। ਜੇ ਕੋਈ ਮੰਨ ਕੇ ਚਲੋ ਦਿੱਲੀ ਅਸੀਂ ਬੈਠੇ ਹਾਂ ਤਾਂ ਸਾਡੇ ਮੁੰਡੇ ਬੈਠੇ ਨੇ ਉੱਥੇ, ਜਿਨ੍ਹਾਂ ਦੇ ਹਜੇ 15-15 ਦਿਨ ਹੋਏ ਸੀ ਵਿਆਹ ਹੋਇਆਂ ਨੂੰ, ਜਿਹੜੇ ਉੱਥੇ ਸ਼ਹੀਦ ਹੋ ਗਏ ਮੁੰਡੇ ਉੱਥੇ। ਤੇ ਫਿਰ ਜੀ ਅੱਛਾ, ਬਲੀ ਦੇ ਬੱਕਰੇ ਅਸੀਂ ਆਂਗੇ ਵੀ ਜਿੱਥੇ ਕਿਤੇ ਜੀ ਕਰਦਾ ਸਾਨੂੰ ਚੜਾ ਦਿਓ। ਮੌਤ ਦੇ ਮੂੰਹ 'ਚ ਮੁੰਡੇ ਆਏ ਆ ਸਾਡੇ ਪਿੰਡ ਦੇ, ਛੁੱਟੀ ਸਾਡੇ ਆਪਦੇ ਬੱਚੇ ਆਏ ਨੇ ਜੀ, ਘਰੇ ਭਰਾ ਆਏ ਨੇ ਸਾਡੇ, ਤੇ ਜਿਨ੍ਹਾਂ ਨੂੰ ਇੱਥੇ ਸਾਨੂੰ ਪਤਾ ਇਹਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ। BP 170 ਤੇ ਫਿਰਦਾ, ਤਾਂ ਹਾਲ ਥੱਲੜਾ 140 ਤੇ ਫਿਰਦਾ। ਕੀ ਗੱਲ ਜੀ, BP ਟਿਕ ਹੀ ਨਹੀਂ ਰਿਹਾਗਾ। ਤੇ ਇੱਥੇ ਸਾਡਾ BP ਕਿੱਥੋਂ ਟਿਕੂਗਾ ਜਦੋਂ ਸਾਡਾ ਪੁੱਤ ਹੀ ਮਰ ਗਿਆ ਜੀ? ਅਸੀਂ ਜਾਈਏ ਕਿੱਧਰ? ਸਾਨੂੰ ਐਂ ਤਾਂ ਦੱਸ ਦਿਓ ਵੀ ਉੱਥੇ ਵੀ ਸਾਨੂੰ ਚੜਾਉਣ ਵਾਸਤੇ ਬਲੈਕ ਟੌਪ ਹੈ, ਤੁਸੀਂ ਦੇਖਿਆ ਹੀ ਹੈ ਜੀ। ਉੱਥੇ ਵੀ ਸਾਨੂੰ ਜਹੰਨਮ ਆਗਾ, ਤੇ ਇੱਥੇ ਵੀ ਸਾਨੂੰ ਤਾਂ ਸਾਰੇ ਪਾਸੇ ਨਰਕ 'ਚ ਸਾਨੂੰ ਪੰਜਾਬੀਆਂ ਨੂੰ ਘਸੇੜ ਰੱਖਿਆ। ਮਾਨਸਾ ਜ਼ਿਲ੍ਹੇ 'ਚ 8 ਦਿਨ ਹੋ ਗਏ ਮੀਂਹ ਪਈ ਜਾਂਦੇ ਨੂੰ। ਕਿਸੇ ਨੇ ਆ ਕੇ ਅਫਸਰ ਨੇ ਐਂ ਪੁੱਛਿਆ ਵੀ ਕਿਵੇਂ ਹੋ, ਕੀ ਗੱਲਬਾਤ ਹੈ? ਕੋਈ ਨਹੀਂ ਜੀ ਸਾਡੀ ਗੱਲ ਪੁੱਛਦਾ ਜੀ। ਕੀ ਹੁਣ ਕਹੋਗੇ ਕੀ ਮੰਗਾਂ ਨੇ? ਕੀ ਲੱਗਦਾਗਾ ਵੀ ਕੀ ਸਰਕਾਰਾਂ ਤੋਂ ਤੁਹਾਡੀਆਂ ਕੀ ਮੰਗਾਂ ਨੇ? ਉਹ ਪੂਰੀਆਂ ਮੰਗ ਜੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਅਸੀਂ ਕੋਈ ਹਥਿਆਰ ਨਹੀਂ ਚੱਕੀ ਫਿਰਦੇ, ਸਾਡੇ ਨਾਲ ਆਓ, ਸਾਡੇ ਨਾਲ ਵਿਚਾਰ ਵਟਾਂਦਰਾ ਕਰੋ, ਸਾਡੇ ਪਿੰਡਾਂ ਦੇ ਵਿੱਚ ਗੇੜਾ ਮਾਰੋ। ਕੋਈ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ ਸਰਕਾਰਾਂ ਦੇ। ਸਾਡਾ ਦਰਦ ਫਰੋਲੋ ਵੀ ਅਸੀਂ ਕਿੰਨੇ ਦੁਖੀ ਹਾਂ। ਦੁਖੀ ਦੇ ਮੂੰਹ 'ਚੋਂ ਕਈ ਵਾਰੀ ਕੋਈ ਗੱਲ ਇਹੋ ਜਿਹੀ ਨਿਕਲ ਜਾਂਦੀ ਹੈ, ਉਹ ਦੂਜੇ ਬੰਦੇ ਨੂੰ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਉਹ ਤਾਂ ਯਾਰ ਮੈਨੂੰ ਐਂ ਨਾ ਕਰਦੇ ਕਿਤੇ। ਅਸੀਂ ਦੁਖੀ ਉਸ ਚੀਜ਼ ਤੋਂ ਨਹੀਂ ਹੈਗੇ, ਤੁਹਾਡੇ ਤੋਂ ਨਹੀਂ ਹੈਗੇ। ਅਸੀਂ ਦੁਖੀ ਆਪਦੇ ਕਰਮਾਂ ਤੋਂ ਵੀ, ਸਾਡੇ ਰੱਬ ਨੇ ਮਾੜੇ ਕਰਮ ਲਿਖਤੇ। ਸਾਡੇ ਕੋਲੇ ਆ ਕੇ ਇੱਕ ਵਾਰੀ ਪੁੱਛੋ ਤਾਂ ਸਹੀ, ਸਾਡੇ ਕੋਲੇ ਖੜੋ ਤਾਂ ਸਹੀ ਵੀ ਇਹ ਕਿੰਨਾ ਬੰਦਾ ਦੁਖੀ ਆ ਯਾਰ। ਆਪਾਂ ਇਹਦੇ ਮੋਢੇ ਤੇ ਹੱਥ ਧਰਗੇ ਯਾਰ ਵੀ ਆ ਜਾ, ਸਾਨੂੰ ਕੋਈ ਸਹੂਲਤ ਦਿਓ ਜੀ। 60,000 ਕਿੱਲੇ ਦਾ ਕਿਹਾ, ਸਾਨੂੰ 60,000 ਕਿੱਲੇ ਦਾ ਦੇ ਦਿਓ। ਸਾਡਾ ਕੋਈ ਮਾੜਾ ਮੋਟਾ ਜੀ ਜਿਹੜਾ ਕੋਈ ਖਰਚਾ ਪੂਰਾ ਤਾਂ ਨਹੀਂ ਸਾਡਾ ਹੋ ਸਕਦਾ, ਸਾਡੇ ਉਸ ਨੂੰ ਠੱਲ ਪੈ ਜੂ ਜੀ। ਸਾਡਾ ਮਾੜਾ ਮੋਟਾ ਕੋਈ ਅੱਗੇ ਕਣਕ ਵੇਚਦੀ ਹੋ ਜੂ ਜੀ। ਜੇਕਰ ਇਹ ਜਿਹਾ ਕੁਝ ਵੀ ਨਹੀਂ ਹੁੰਦਾ, ਤੁਹਾਡੀਆਂ ਕੋਈ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸਰਕਾਰ ਹਾਂਜੀ ਵੱਲੋਂ, ਹਾਂਜੀ, ਫਿਰ ਤੁਸੀਂ ਕੀ ਕਰੋਗੇ? ਕੀ ਤੁਹਾਡੇ ਕੋਲੇ ਹੱਲ ਰਹਿ ਜੂਗਾ? ਸਾਡੇ ਕੋਲੇ ਦੇਖੋ ਜੀ, ਕੋਈ ਕੁਛ ਕਹੀ ਚੱਲੇ, ਸਾਡੇ ਕੋਲੇ 2 ਰਸਤੇ ਨੇ ਜੀ। ਇੱਕ ਤਾਂ ਅਸੀਂ ਦੂਜਿਆਂ ਨੂੰ ਸਾਰਿਆਂ ਨੂੰ ਐਂ ਕਹਿ ਦਾਂਗੇ ਅਸੀਂ ਤੇਰਾ ਕੁਝ ਦੇਣਾ ਨਹੀਂ, ਸਾਡੇ ਕੋਲੇ ਮੁੱਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਰਹੂਗਾ ਜੀ। ਇੱਕ ਸਾਡੇ ਕੋਲੇ ਆਤਮ ਹੱਤਿਆ ਜੀ। ਜੇ ਅਸੀਂ ਆਤਮ ਹੱਤਿਆ ਲੈਣੀ ਆ, ਸਾਡੇ ਜਵਾਕਾਂ ਨੂੰ ਮੰਨ ਕੇ ਚੱਲੋ, ਜੇ ਅਸੀਂ ਫਾਹਾ ਵੀ ਲੈਂਦੇ ਆ, ਸਪਰੇਅ ਵੀ ਪੀਂਦੇ ਆ, ਸਾਡੇ ਜਵਾਕਾਂ ਨੂੰ ਤਾਂ ਨਹੀਂ ਅਗਲਾ ਕੁਝ ਕਹੂਗਾ। ਅਗਲਾ ਕਹੂ ਯਾਰ ਉਹਦੇ ਤੋਂ ਲੈਣਾ ਦੇਣਾ ਸੀ, ਉਹ ਮਰ ਗਿਆ। ਪਰ ਫਿਰ ਸਰਕਾਰਾਂ ਨੇ ਤਾਂ ਕਿਹਾ ਸੀ ਕਿ ਅਸੀਂ ਆਤਮ ਹੱਤਿਆ ਖਤਮ ਕਰ ਰਹੇ ਹਾਂ, ਕਿਸੇ ਨੂੰ ਮਰਨ ਨਹੀਂ ਦਿੰਦੇ, ਅਸੀਂ ਕਿਸਾਨ ਹਿਤੈਸ਼ੀ। ਤੁਹਾਨੂੰ ਦੱਸੀ ਜਾਂਦੇ ਆ ਜੀ, 8 ਦਿਨ ਹੋ ਗਏ ਇੱਥੇ ਮੀਂਹ ਪਈ ਜਾਂਦੇ ਨੂੰ। ਸਾਨੂੰ ਕਿਸੇ ਨੇ ਐਂ ਨਹੀਂ ਆ ਕੇ ਪੁੱਛਿਆ ਵੀ ਮੀਂਹ ਕਿਵੇਂ ਆ, ਕੋਈ ਪਾਣੀ ਦਾ ਨਿਕਾਸ ਕਿਵੇਂ ਆ। ਤੁਸੀਂ ਐਂ ਦੇਖੋ, ਜਿਹਦੇ ਕੋਲੇ 5 ਕਿੱਲੇ ਉਹਨੇ 2 ਕਿੱਲਿਆਂ 'ਚ ਇੰਨਾ ਪਾਣੀ ਕੱਢਤਾ ਆਪਦਾ, ਜਿਹਦੇ ਕੋਲੇ 10 ਕਿੱਲੇ ਉਹਨੇ 5 ਕਿੱਲਿਆਂ 'ਚ ਕੱਢਤਾ।
ਅਕਸਰ ਨੂੰ 5 ਕਿੱਲਿਆਂ ਦਾ ਤਾਂ 5 'ਚ ਹੀ ਨਿਕਲੂਗਾ ਨਾ ਜੀ, 1 ਕਿੱਲੇ 'ਚ ਤਾਂ ਨਿਕਲਦਾ ਵੀ ਨਹੀਂ, ਨਾ 2 ਕਿੱਲਿਆਂ 'ਚ ਨਿਕਲੇ। ਫਿਰ ਹੁਣ ਦੱਸੋ ਜੀ, ਫਿਰ ਰੋਕਣਗੇ ਕਿਵੇਂ? ਜਦੋਂ ਕੋਈ ਬੰਦਾ ਆਊਗਾ ਨਾ, ਕਿਸੇ ਦੀ ਗੱਲਬਾਤ ਸੁਣੂਗਾ, ਪੁੱਛੂਗਾ, ਫੇਰ ਹੈ ਜੀ। ਐਡੇ ਐਡੇ ਅਫਸਰ ਬੈਠੇ ਜੀ ਕੁਰਸੀਆਂ ਤੇ, ਜਿਹਦੇ 'ਚ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ 100 ਦੇ ਵਿੱਚੋਂ ਘੱਟੋ ਘੱਟ 60-65% ਗਰੀਬ ਵਰਗ ਹੈ ਜੀ। ਜਿਹੜੇ ਵੱਡੇ ਅਫਸਰ ਬੈਠੇ ਨੇ ਆ ਕੇ ਇੱਕ ਵਾਰੀ ਗੇੜਾ ਮਾਰ ਸਕਦੇ ਆ, ਨਾ ਸਰਕਾਰ ਦੇ ਕਹਿਣ ਤੇ ਆਉਣ, ਆਪਦੇ ਤੌਰ ਤੇ ਆਉਣ, ਸਾਡੇ ਕੋਲੇ ਗੇੜਾ ਮਾਰਨ ਵੀ ਦੱਸੋ ਕੀ ਹਾਲ ਹੈ, ਕੀ ਗੱਲਬਾਤ ਹੈ, ਕਿਵੇਂ ਹੋ। ਕੋਈ ਦੁੱਖ ਸੁੱਖ ਤਾਂ ਸੁਣਨ ਨਾ ਜੀ, ਕੋਈ ਕਾਰਵਾਈ ਕਰਨ। ਜਿਨ੍ਹਾਂ ਤੋਂ ਸਪਰੇਅ ਆਈ ਆ, ਰੇਹ ਆਈ ਆ, ਕੋਈ ਉਹਨਾਂ ਤੇ ਕਾਰਵਾਈ ਕਰਨ। ਜਿਨ੍ਹਾਂ ਤੋਂ ਬੀ ਆਇਆ ਹੈਗਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਜੀ। ਉਹਨਾਂ ਨਾਲ ਹਿੱਸਾ ਕਰ ਰੱਖਿਆ ਹੈ ਵੀ ਕਿੰਨੇ ਆ ਚੱਕ ਸਾਡੇ ਖਾਤੇ 'ਚ ਪਾ ਦੇ, ਬਸ ਉਹ ਗੱਲਬਾਤ ਆ ਜੀ। ਫਿਰ ਹੋਰ ਕੀ ਗੱਲਬਾਤ ਆ ਗਈ? ਉਹਨਾਂ ਦੇ ਆਪਦੇ ਪੈਸੇ, ਉਹਨਾਂ ਨੂੰ ਮੰਨ ਲਓ ਪੈਸੇ ਮਿਲ ਗਏ, ਉਹਨਾਂ ਨਾਲ ਕੰਟਰੈਕਟ ਹੋਏ ਨੇ ਇਹਨਾਂ ਦੇ ਪੱਕੇ। ਸਾਨੂੰ ਵੀ ਪਤਾ ਜੀ, ਸਾਰਾ ਕੁਝ ਪਤਾ, ਪੜ੍ਹੇ ਲਿਖੇ ਆ ਜੀ, ਕੋਈ ਐਡੀ ਗੱਲ ਨਹੀਂ ਹੈਗੀ ਗੀ। ਤੇ ਸਾਰਾ ਕੁਝ ਪਤਾ ਜੀ, ਇੰਨਾ ਦਿਮਾਗ ਹੈਗਾ, ਨੌਲੇਜ ਰੱਖਦੇ ਆ ਵੀ ਆਈਬੀ ਕੀ ਹੈ, ਇੰਟੈਲੀਜੈਂਸੀ ਕੀ ਹੈ, ਖੂਫੀਆ ਏਜੰਸੀਆਂ ਕੀ ਨੇ, ਸਾਰਾ ਕੁਝ ਪਤਾ ਜੀ ਇਹਨਾਂ ਨੂੰ। ਪਰ ਠੀਕ ਹੈ, ਇਹ ਉੱਥੇ ਬਹਿ ਕੇ ਗੱਲ ਕਹਿੰਦੇ ਚੰਗੇ ਲੱਗਦੇ ਨੇ, ਅਸੀਂ ਖੇਤ 'ਚ ਕੱਢ ਕੇ ਗੱਲ ਕਹਿੰਦੇ ਭੈੜੇ ਲੱਗਦੇ ਆਂਗੇ। ਸਾਰਾ ਕੁਝ ਸਾਨੂੰ ਪਤਾ ਕਿੱਥੋਂ ਤਿਆਰ ਹੋਇਆ ਬੀਜ, ਇਹ ਕਿੱਥੋਂ ਕੁਛ ਹੋਇਆ, ਗੱਲਾਂ ਤੋਂ, ਲੋਕਾਂ ਤੋਂ ਸਾਨੂੰ ਪਹਿਲਾਂ ਦੱਸਤਾ ਸੀ ਜੀ। ਸੇਠਾਂ ਨੇ ਸਾਨੂੰ ਪਹਿਲਾਂ ਦੱਸਤਾ ਸੀ, ਜਦੋਂ ਮਾਨਸਾ ਗਏ ਸੀ ਕਹਿੰਦੇ ਗੁਲਾਬੀ ਸੁੰਡੀ ਪਊਗੀ। ਕਿਵੇਂ ਪਤਾ ਲੱਗ ਗਿਆ ਜੀ? ਉਹਨਾਂ ਕੋਲੇ ਗਾਹਾਂ ਦੀ ਗਾਹਾਂ ਗੱਲ ਆ ਗਈ ਜੀ, ਸਾਰਾ ਪਤਾ ਲੱਗ ਗਿਆ ਜੀ। ਆਹ ਗੱਲਾਂ ਜੀ ਬਸ। ਬਿਲਕੁਲ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਇਹ ਆ ਵੀ ਸਾਨੂੰ 60,000 ਰੁਪਇਆ ਜਿਹੜਾ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਵੱਲੋਂ, ਤੇ 30,000 ਰੁਪਇਆ ਜਿਹੜਾ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਮਜ਼ਦੂਰ ਆ ਜਿਹੜੇ ਉਹ ਵੀ ਸਾਡੇ ਕਰਕੇ ਹੀ ਆਪਦਾ ਘਰ ਦਾ ਜਿਹੜਾ ਗੁਜ਼ਾਰਾ ਕਰ ਸਕਦੇ ਸੀ। ਪਰ ਜਦੋਂ ਅਸੀਂ ਮਰ ਗਏ ਤਾਂ ਉਹ ਵੀ ਆਟੋਮੈਟਿਕ ਭੁੱਖੇ ਹੀ ਮਰਨਗੇ। ਇਹਨਾਂ ਦਾ ਕਹਿਣਾ ਜੇਕਰ ਸਾਡਾ ਹੱਲ ਨਹੀਂ ਹੁੰਦਾ ਤਾਂ ਜਾਂ ਅਸੀਂ ਪੈਸੇ ਮੁੱਕਰ ਸਕਦੇ ਹਾਂ ਤੇ ਜਾਂ ਅਸੀਂ ਗਲਾਂ 'ਚ ਫਾਹੇ ਪਾ ਕੇ ਮਰ ਸਕਦੇ ਹਾਂ। ਪਰ ਸਰਕਾਰਾਂ ਦਾ ਬਣਦਾ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ, ਸਰਕਾਰਾਂ ਇਹਨਾਂ ਵੱਲ ਦੇਖਣ, ਕਿਉਂਕਿ ਜੇ ਮਨੁੱਖ ਜਿਉਂਦਾ ਤਾਂ ਹੀ ਸਰਕਾਰਾਂ ਰਾਜ ਕਰਨਗੀਆਂ। ਜੇਕਰ ਵਿਅਕਤੀ ਹੀ ਖਤਮ ਹੋ ਜਾਂਦੇ ਆ, ਕਿਸਾਨ ਹੀ ਖਤਮ ਹੋ ਜਾਂਦੇ ਆ, ਫਿਰ ਸਰਕਾਰਾਂ ਵੀ ਕਿੱਥੇ ਰਹਿਣਗੀਆਂ। ਮਨੀਸ਼ ਸ਼ਰਮਾ, ਪੰਜਾਬੀ ਲੋਕ ਚੈਨਲ, ਮਾਨਸਾ।